उन्हां दी रिपेयर हुंदी आ। जेकर ये आर्डीनैंस आउंदा मंडी बोर्ड टुट गया उत्थे कोई टैक्स नहीं जाऊगा। लगभग जिहड़ा 4000 करोड़ रुपया साल का जिहड़ा मंडी बोर्ड नूं मिलदा वो जिहड़ा टैक्स आ वो मंडी फीस आ वो मार्केटिंग फीस आ वो सारी जिहड़ी आ वो प्राइवेट अदारे जिहड़ा लै जाणगे, ना सरकार नूं मिलू ना राज नूं, ते वो जिहड़ा विकास आ पिंडां दा वो रुक जूगा। सत श्री अकाल दोस्तों, मैं सरबजोत सिंह संधा ते तुसीं देख रहे हो फतेह टाइम्स। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਨਾਲ ਸੰਬੰਧਿਤ ਆਰਡੀਨੈਂਸ ਜਿਹੜਾ 2020 ਸਰਕਾਰ ਲੈ ਕੇ ਆਈ ਹੈ ਉਹਦੇ ਬਾਰੇ 'ਚ। ਸਾਡੇ ਨਾਲ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਨੌਜਵਾਨ ਆਗੂ ਅਤੇ ਸਮਾਜ ਸੇਵੀ ਪ੍ਰੋਫੈਸਰ ਹਰਪ੍ਰੀਤ ਸਿੰਘ ਕੋਟ ਮੁਹੰਮਦ। ਪ੍ਰੋਫੈਸਰ ਸਾਹਿਬ, ਫਤਿਹ ਟਾਈਮਸ ਦੇ ਨਾਲ ਜੁੜਨ ਲਈ ਆਪ ਜੀ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੈਕੰਡਲੀ ਜਿਹੜਾ ਵਿਸ਼ੇ ਤੇ ਜਿਹੜੇ ਟੌਪਿਕ ਤੇ ਅੱਜ ਆਪਾਂ ਡਿਸਕਸ ਕਰਾਂਗੇ ਕਿ ਜੋ ਕੇਂਦਰ ਸਰਕਾਰ ਨੇ ਆਰਡੀਨੈਂਸ 2020 ਲਿਆਂਦਾ ਉਹਦੇ ਨਾਲ ਲੱਖਾਂ ਕਿਸਾਨ, ਲਗਭਗ 30,000 ਆੜ੍ਹਤੀਆ, 30 ਲੱਖ ਮਜ਼ਦੂਰ ਤੇ ਹੋਰ ਜਿੰਨੇ ਇਹਦੇ ਨਾਲ ਜੁੜੇ ਹੋਏ ਪੇਂਡੂ ਖੇਤਰ ਦੇ ਵਿਕਾਸ ਤੇ ਮੰਡੀ ਬੋਰਡ, ਇਹ ਸਾਰੀ ਚੀਜ਼ ਜਿਹੜੀ ਹੈ ਜੁੜੀ ਹੋਈ ਆ। ਕੋਸ਼ਿਸ਼ ਕਰਾਂਗੇ ਕਿ ਇਹਨੂੰ ਆਪਾਂ ਸੰਖੇਪ ਦੇ ਵਿੱਚ ਦੱਸਣ ਦੀ ਜਿਹੜੀ ਕੋਸ਼ਿਸ਼ ਹੋਵੇਗੀ। ਪ੍ਰੋਫੈਸਰ ਸਾਹਿਬ, ਜਿਹੜਾ ਇਹ ਆਰਡੀਨੈਂਸ ਆਇਆ ਆ ਇਸ ਨੂੰ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਹੋ ਤੇ ਇਹਦਾ ਕੀ ਪ੍ਰਭਾਵ ਜਿਹੜਾ ਆ ਉਹ ਸਾਡੇ ਕਿਸਾਨੀ ਦੇ ਨਾਲ ਸੰਬੰਧਿਤ ਜਿਹੜੇ ਵੀਰ ਆ ਉਹਨਾਂ ਤੇ ਪਵੇਗਾ ਜੀ? ਮੈਂ ਸਭ ਤੋਂ ਪਹਿਲਾਂ ਤਾਂ ਕਲੀਅਰ ਇਹ ਕਰ ਦਿਆਂ ਕਿ ਕੇਂਦਰ ਸਰਕਾਰ ਵੱਲੋਂ 3 ਤਰੀਕ ਨੂੰ ਆਰਡੀਨੈਂਸ ਜਿਹੜਾ ਦੀ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਮਰਸ 2020 ਜਿਹੜਾ ਉਹਦੇ ਨਾਲ ਹੋਣਾ ਕੀ ਆ ਕਿ ਸਭ ਤੋਂ ਪਹਿਲਾਂ ਤਾਂ ਇਹ ਮੰਡੀ ਬੋਰਡ 'ਤੇ ਬੜਾ ਵੱਡਾ ਇੱਕ ਇਫੈਕਟ ਪਵੇਗਾ, ਜਿਹਦੇ ਨਾਲ ਕੀ ਹੋਵੇਗਾ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਜਿਹੜੀ ਆ ਖਰੀਦ ਹੁੰਦੀ ਆ ਉਹ ਮੰਡੀ ਬੋਰਡ ਦੇ ਅਕੋਰਡਿੰਗ ਹੁੰਦੀ, ਮੰਡੀ ਬੋਰਡ ਦੇ ਅਧੀਨ ਹੁੰਦੀ ਆ। ਅਤੇ ਮੰਡੀ ਬੋਰਡ ਦੇ ਵਿੱਚ ਕੀ ਹੁੰਦਾ ਕਿ ਉੱਥੇ ਫੀਸ ਹੁੰਦੀ ਆ, ਟੈਕਸ ਹੁੰਦੇ ਆ, ਜਿਹੜਾ ਕਿ GST ਲੱਗਣ ਤੋਂ ਪਹਿਲਾਂ 14% ਟੈਕਸ ਜਿਹੜਾ ਮੰਡੀ ਬੋਰਡ ਦੇ ਵਿੱਚ ਲੱਗਦਾ ਸੀ ਫਸਲਾਂ 'ਤੇ। GST ਲੱਗਣ ਤੋਂ ਬਾਅਦ ਉਹ 8.5% ਜਿਹੜਾ ਵਾ ਉਹ ਟੈਕਸ ਜਿਹੜਾ ਰਹਿ ਗਿਆ। ਉਹਦੇ ਵਿੱਚ ਹੁੰਦਾ ਕੀ ਆ, 2.5% ਟੈਕਸ ਆੜ੍ਹਤੀਆ, 2.5% ਟੈਕਸ RDF ਜਿਹਨੂੰ ਰੂਰਲ ਡਿਵੈਲਪਮੈਂਟ ਫੰਡ ਕਿਹਾ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਮਾਰਕੀਟਿੰਗ ਫੀ ਹੁੰਦੀ ਆ, ਉਹ ਸਾਰੀਆਂ ਰਲਾ ਕੇ 8.5% ਜਿਹੜਾ ਵਾ ਉਹ ਸਾਰਾ ਟੈਕਸ ਤੇ ਫੀਸ ਬਣਦੀ ਆ। ਪਿਛਲੇ ਅੰਕੜੇ ਜੇ ਵੇਖੇ ਜਾਣ ਤੇ ਲਗਭਗ 4000 ਕਰੋੜ ਰੁਪਈਆ ਇਹ ਸਾਰਾ ਜਿਹੜਾ ਫੰਡ, ਇਹ ਸਾਰੀਆਂ ਜਿਹੜੀਆਂ ਫੀਸਾਂ ਵਗੈਰਾ ਤੋਂ ਸਾਨੂੰ ਮੰਡੀ ਬੋਰਡ ਨੂੰ ਪ੍ਰਾਪਤ ਹੋਇਆ। ਹੁਣ ਆਰਡੀਨੈਂਸ ਜੇ ਲਾਗੂ ਹੁੰਦਾ, ਹੋਣਾ ਕੀ ਆ ਕਿ ਪੰਜਾਬ ਮੰਡੀ ਬੋਰਡ ਜਿੰਨੀ ਉਹਦੀ ਦਾਇਰਾ ਹੋਊਗਾ ਉਸ ਦੇ ਵਿੱਚ ਰਹਿ ਕੇ ਉਹ ਆਪਣੀ ਖਰੀਦ ਕਰ ਸਕੇਗੀ ਫਸਲ ਦੀ, ਉਤੋਂ ਹੀ ਉਹ ਜਿਹੜਾ ਟੈਕਸ ਹੋਵੇਗਾ ਲੈ ਪਾਵੇਗੀ। ਇਹ ਆਰਡੀਨੈਂਸ ਦੇ ਵਿੱਚ ਲਿਖਿਆ ਕੀ ਆ ਕਿ ਤੁਸੀਂ ਪ੍ਰਾਈਵੇਟ ਨਿੱਜੀ ਕੰਪਨੀਆਂ ਜਿੱਥੋਂ ਮਰਜ਼ੀ ਜਾ ਕੇ ਉੱਥੇ ਬਾਹਰ ਗੋਦਾਮ ਲਾ ਕੇ ਆਪਣੀਆਂ ਮੰਡੀਆਂ ਲਾ ਕੇ ਫਸਲ ਖਰੀਦ ਸਕਦੀਆਂ। ਉਹਦਾ ਜਿਹੜਾ ਟੈਕਸ ਆ ਉਹ ਨਾ ਰਾਜ ਸਰਕਾਰ ਨੂੰ ਜਾਣਾ, ਨਾ ਮੰਡੀ ਬੋਰਡ ਨੂੰ ਜਾਣਾ। ਸਾਡੇ 'ਤੇ ਇਫੈਕਟ ਕੀ ਪੈਣਾ? ਇਸ ਸਾਰੀ ਚੀਜ਼ ਦਾ ਇਫੈਕਟ ਇਹ ਪੈਣਾ ਕਿ ਇਹਦੇ ਨਾਲ ਜਿਹੜਾ ਪੇਂਡੂ ਵਿਕਾਸ, ਜਿਹਨੂੰ ਮੰਡੀ ਬੋਰਡ ਦੇ ਅਕੋਰਡਿੰਗ ਜਿਹੜੀਆਂ ਸੜਕਾਂ ਲਗਭਗ ਸੰਧਾ ਸਾਹਿਬ ਮੈਂ ਦੱਸ ਦੇਵਾਂ 71,000 ਕਿਲੋਮੀਟਰ ਸੜਕਾਂ ਜਿਹੜੀਆਂ ਪੰਜਾਬ ਦੀਆਂ ਪਿੰਡਾਂ ਦੇ ਨਾਲ ਲਿੰਕ ਰੋਡ ਨੇ, ਉਹ ਮੰਡੀ ਬੋਰਡ ਦੇ ਅਧੀਨ ਉਹਨਾਂ ਦੀ ਰਿਪੇਅਰ ਹੁੰਦੀ ਆ, 6 ਸਾਲੀ ਉਹਨਾਂ ਦੀ ਰਿਪੇਅਰ ਹੁੰਦੀ ਆ। ਜੇਕਰ ਇਹ ਆਰਡੀਨੈਂਸ ਆਉਂਦਾ ਮੰਡੀ ਬੋਰਡ ਟੁੱਟ ਗਿਆ ਉੱਥੇ ਕੋਈ ਟੈਕਸ ਨਹੀਂ ਜਾਊਗਾ। ਲਗਭਗ ਜਿਹੜਾ 4000 ਕਰੋੜ ਰੁਪਈਆ ਸਾਲ ਦਾ ਜਿਹੜਾ ਮੰਡੀ ਬੋਰਡ ਨੂੰ ਮਿਲਦਾ ਉਹ ਜਿਹੜਾ ਟੈਕਸ ਆ ਉਹ ਮੰਡੀ ਫੀਸ ਆ, ਉਹ ਮਾਰਕੀਟਿੰਗ ਫੀਸ ਆ, ਉਹ ਸਾਰੀ ਜਿਹੜੀ ਆ ਉਹ ਪ੍ਰਾਈਵੇਟ ਅਦਾਰੇ ਜਿਹੜਾ ਲੈ ਜਾਣਗੇ, ਨਾ ਸਰਕਾਰ ਨੂੰ ਮਿਲੂ ਨਾ ਰਾਜ ਨੂੰ, ਤੇ ਉਹ ਜਿਹੜਾ ਵਿਕਾਸ ਆ ਪਿੰਡਾਂ ਦਾ ਉਹ ਰੁਕ ਜੂਗਾ। ਤੀਸਰੀ ਗੱਲ ਮੈਂ ਕਿਹਾ ਸੀ ਕਿ ਲਗਭਗ 30,000 ਆੜ੍ਹਤੀਆ ਇਹਦੇ ਦੇ ਨਾਲ ਪ੍ਰਭਾਵਿਤ ਹੋਊਗਾ। ਹੁਣ ਵੇਖੋ 2.5% ਜਿਹੜੀ ਆ ਆੜ੍ਹਤੀਆ ਫੀ ਹੁੰਦੀ ਆ ਉਹ ਇਸ ਵਾਰ 16,000 ਕਰੋੜ ਰੁਪਈਆ ਜਿਹੜਾ ਆੜ੍ਹਤੀਆਂ ਨੇ ਆ ਜਿਹੜੀ ਫਸਲ ਜਿਹੜੀ ਆ ਪਿਛਲੇ ਸਾਲ ਰਿਕਾਰਡ ਆ ਕਿ 16,000 ਕਰੋੜ ਰੁਪਈਆ ਜਿਹੜਾ ਆੜ੍ਹਤੀਆਂ ਨੂੰ ਉਹ ਸਰਕਾਰ ਵੱਲੋਂ ਜਿਹੜਾ ਉਹਨਾਂ ਦੀ ਉਹ ਜਿਹੜਾ 2.5% ਬਣਦਾ ਉਹ ਹੋ ਗਿਆ। ਜੇਕਰ ਪ੍ਰਾਈਵੇਟ ਅਦਾਰਿਆਂ ਨੂੰ, ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਗਿਆ, ਖਦਸ਼ਾ ਪ੍ਰਗਟਾਇਆ ਜਾ ਰਿਹਾ ਕਿ 30,000 ਲਗਭਗ ਆੜ੍ਹਤੀਆਂ ਦੇ ਵਿੱਚੋਂ ਸਿਰਫ 150 ਆੜ੍ਹਤੀਆ ਬਚੂਗਾ, ਬਾਕੀ ਕੋਈ ਨਹੀਂ ਬਚੂਗਾ। ਤੀਸਰੀ ਚੀਜ਼ ਮੈਂ ਗੱਲ ਕੀਤੀ 30 ਲੱਖ ਮਜ਼ਦੂਰ ਦੀ।
30 ਲੱਖ ਮਜ਼ਦੂਰ ਜਿਨ੍ਹਾਂ ਦੇ ਵਿੱਚ ਪੱਲੇਦਾਰ ਨੇ, ਜਿਨ੍ਹਾਂ ਦੇ ਵਿੱਚ ਉੱਥੇ ਕੰਡੇ ਵਾਲੇ ਨੇ, ਜਿਨ੍ਹਾਂ ਦੇ ਵਿੱਚ ਉਹ ਸਫਾਈ ਕਰਨ ਵਾਲੇ ਨੇ, ਉਹ ਸਾਰੇ 30 ਲੱਖ ਲਗਭਗ ਬਣਦੇ ਨੇ। ਪਿਛਲਾ ਰਿਕਾਰਡ ਇਹ ਦੱਸਦਾ ਕਿ 11,000 ਕਰੋੜ ਰੁਪਈਆ ਜਿਹੜਾ ਵਾ ਉਹ ਸਾਡੇ ਪਿਛਲੇ ਸਾਲ ਇਹਨਾਂ ਮਜ਼ਦੂਰਾਂ ਭਰਾਵਾਂ ਨੇ ਉੱਥੋਂ ਕਮਾਇਆ। ਹੁਣ ਮੈਨੂੰ ਇਹ ਦੱਸੋ ਕਿ ਜੇ ਇਹ ਆਰਡੀਨੈਂਸ ਆ ਜਾਂਦਾ, ਮੰਡੀ ਬੋਰਡ ਟੁੱਟ ਜਾਂਦਾ, ਇਹ ਜਿਹੜੇ ਲੋਕ ਨੇ ਇਹਨਾਂ ਦੀ ਇਨਕਮ ਜਿਹੜੀ ਆ ਬਿਲਕੁਲ ਪ੍ਰਭਾਵਿਤ ਹੋਵੇਗੀ। 11,000 ਕਰੋੜ ਰੁਪਈਆ ਜਿਹੜਾ 30 ਲੱਖ ਮਜ਼ਦੂਰ ਨੇ ਸਾਡੇ, ਉਹ ਜਿਨ੍ਹਾਂ ਨੂੰ ਮਿਲਿਆ ਉਹਨਾਂ ਦੀ ਵੀ ਜਿਹੜਾ ਵਾ ਸੋਰਸਸ ਜਿਹੜੇ ਇਨਕਮ ਦੇ ਆ ਉਹ ਬਚਣਗੇ, ਮਰਨਗੇ। ਦੂਸਰੀ ਚੀਜ਼ ਮੈਂ ਕਿਹਾ ਕਿ ਇਹ ਇੱਕ ਨਾ ਇਨਡਾਇਰੈਕਟਲੀ ਕੀ ਹੋਣ ਲੱਗਾ ਕਿ ਨਿੱਜੀ ਕੰਪਨੀਆਂ ਦੇ ਹੱਥ ਸਮੁੱਚਾ ਜਿਹੜਾ ਵਾ ਮੰਡੀ ਢਾਂਚਾ ਦੇ ਦਿੱਤਾ ਜਾ ਰਿਹਾ। ਲਗਭਗ ਪੰਜਾਬ ਤੇ ਕੇਂਦਰ ਸਰਕਾਰ ਜਿਹੜੀ ਆ, ਪੰਜਾਬ ਸਰਕਾਰ ਨੇ ਤੇ ਖੈਰ ਸਟੈਂਡ ਲੈ ਲਿਆ, ਕੇਂਦਰ ਸਰਕਾਰ ਜਿਹੜੀ ਆ ਲਗਭਗ ਆਪਣਾ ਜਿਹੜਾ ਵਾ ਵਿੱਚੋਂ ਪਾਸੇ ਹੋਣਾ ਚਾਹੁੰਦੀ ਆ ਕਿ ਇਹ ਸਾਰਾ ਕੁਝ ਪ੍ਰਾਈਵੇਟ। ਇੱਕ ਹੋਰ ਚੀਜ਼ ਮੈਂ ਇੱਥੇ ਡਿਸਕਸ ਕਰਦਿਆਂ, MSP ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਮਿਨੀਮਮ ਸਪੋਰਟ ਪ੍ਰਾਈਸ, ਜਿਹੜਾ ਕਿ ਲਗਭਗ 22 ਫਸਲਾਂ ਦੇ ਉੱਪਰ ਹੁੰਦਾ। ਹੋਣਾ ਕੀ ਆ ਕਿ ਜੇ ਇਹ ਆਰਡੀਨੈਂਸ ਲਾਗੂ ਹੋ ਜਾਂਦਾ, ਖਦਸ਼ਾ ਇਹ ਵੀ ਪ੍ਰਗਟਾਇਆ ਜਾ ਰਿਹਾ ਕਿ MSP ਜਿਹੜੀ ਆ ਉਹ ਖਤਮ ਕੀਤੀ ਜਾਵੇਗੀ। ਹੁਣ ਇਹ ਦੱਸੋ ਕਿ ਜੇ MSP ਖਤਮ ਹੋ ਗਈ, MSP ਦੇ ਵਿੱਚ ਕੀ ਆ? ਫਸਲ ਦੀ ਖਰੀਦ ਦੀ ਗਰੰਟੀ। ਹੁਣ ਇਸ ਆਰਡੀਨੈਂਸ ਦੇ ਵਿੱਚ ਕੀ ਲਿਖਿਆ ਗਿਆ ਵਾ ਕਿ MSP ਖਤਮ ਹੋ ਸਕਦੀ ਆ, ਖਰੀਦ ਦੀ ਕੋਈ ਗਰੰਟੀ ਨਹੀਂ। ਵੱਡੀਆਂ ਕੰਪਨੀਆਂ ਆਉਣਗੀਆਂ, ਉਹਨਾਂ ਨੂੰ ਕਿਸੇ ਲਾਇਸੈਂਸ ਦੀ ਲੋੜ ਨਹੀਂ, ਉਹ ਜਿੱਥੋਂ ਮਰਜ਼ੀ ਖਰੀਦ ਕਰ ਸਕਦੀਆਂ ਤੇ ਜਿੱਥੇ ਮਰਜ਼ੀ ਆਪਣੇ ਮੁਨਾਫੇ ਮੁਤਾਬਕ ਜਿਹੜਾ ਵਾ ਉਹ ਫਸਲ ਨੂੰ ਵੇਚ ਸਕਦੀਆਂ। ਅਲਟੀਮੇਟਲੀ ਇਹ ਕਿਹਾ ਜਾ ਸਕਦਾ ਕਿ ਇਹ ਥੋੜ੍ਹਾ ਜਿਹਾ ਕਿਸਾਨਾਂ ਦੇ ਲਈ, ਆੜ੍ਹਤੀਆਂ ਦੇ ਲਈ, ਮਜ਼ਦੂਰਾਂ ਦੇ ਲਈ ਘਾਤਕੀ ਸਾਬਤ ਹੋਵੇਗਾ। ਪ੍ਰੋਫੈਸਰ ਸਾਹਿਬ, ਇਹ ਤਾਂ ਗੱਲ ਹੋ ਗਈ ਜ਼ਿਮੀਂਦਾਰੇ ਦੀ, ਵੀ ਜ਼ਿਮੀਂਦਾਰਾ ਵੱਡੀ ਪੱਧਰ 'ਤੇ ਇਹਦੇ ਨਾਲ ਪ੍ਰਭਾਵਿਤ ਹੋਵੇਗਾ। ਇਹਦੇ ਨਾਲ ਸਾਡੇ ਜਿਹੜੇ ਆੜ੍ਹਤੀਏ ਭਰਾ ਆ, ਉਹ ਆ ਜਿਹੜੇ ਮਜ਼ਦੂਰ ਆ, ਉਹ ਪ੍ਰਭਾਵਿਤ ਹੋਣਗੇ। ਕੀ ਇਸ ਆਰਡੀਨੈਂਸ ਦੇ ਆਉਣ ਦੇ ਨਾਲ, ਜੇ ਅਸੀਂ ਇੱਕ ਗੱਲ ਕਰੀਏ ਕਿ ਫਿਰ ਤੋਂ ਪਛਾਣ ਵੱਲ ਧੱਕਿਆ ਜਾ ਰਿਹਾ ਦੇਸ਼ ਨੂੰ, ਕੀ ਅਤਕਥਨੀ ਹੋਊਗੀ ਇਹਦੇ 'ਚ? ਕੋਈ ਅਤਕਥਨੀ ਨਹੀਂ ਜੀ, ਕਿਉਂਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸੂਬਾ ਵਾ, ਹਰਿਆਣਾ ਖੇਤੀ ਪ੍ਰਧਾਨ ਸੂਬਾ ਵਾ। ਕੇਂਦਰ ਸਰਕਾਰ ਜਿਹੜਾ ਇਹ ਆਰਡੀਨੈਂਸ ਲਿਆਉਣ ਜਾ ਰਹੀ ਆ, ਮੈਨੂੰ ਤਾਂ ਇੱਕ ਹੈਰਾਨਗੀ ਹੁੰਦੀ ਆ ਕਿ ਐਡਾ ਮਹੱਤਵਪੂਰਨ ਬਿੱਲ, ਐਡਾ ਮਹੱਤਵਪੂਰਨ ਆਰਡੀਨੈਂਸ ਜਿਹੜਾ ਲਿਆਂਦਾ ਜਾ ਰਿਹਾ ਕਿਸੇ ਬਿਨਾਂ ਬਹਿਸ ਤੋਂ। ਪਾਰਲੀਮੈਂਟ ਵਿੱਚ ਬਹਿਸ ਹੋਣੀ ਚਾਹੀਦੀ ਸੀ, ਸਾਰੀਆਂ ਧਿਰਾਂ ਨੂੰ ਬਿਠਾਇਆ ਜਾਂਦਾ, ਕਿਸਾਨਾਂ ਨੂੰ ਬਿਠਾਇਆ ਜਾਂਦਾ, ਕਿਸਾਨਾਂ ਦੇ ਵਿਚਾਰ ਲਏ ਜਾਂਦੇ। ਇਹ ਕਰੋਨਾ ਮਹਾਮਾਰੀ ਦੀ ਆੜ ਦੇ ਵਿੱਚ ਹੁਣ ਇੱਕ ਗੱਲ ਦਾ ਉਹਨਾਂ ਨੂੰ ਵੀ ਪਤਾ ਕਿ ਕੋਈ ਐਜੀਟੇਸ਼ਨ ਨਹੀਂ ਹੋਣੇ, ਕੋਈ ਧਰਨੇ ਨਹੀਂ ਲੱਗਣੇ, ਸਾਰੇ ਲੋਕ ਅੰਦਰ ਬੈਠੇ ਆ। ਬਿਨਾਂ ਪ੍ਰੀ ਪਲਾਨਿੰਗ ਤੋਂ ਹੀ ਇਹ ਜਿਹੜਾ ਆਰਡੀਨੈਂਸ ਪਾਸ ਕੀਤਾ ਜਾਣ ਡਿਆ, ਇਹ ਘਾਤਕੀ ਸਾਬਤ ਹੋਵੇਗਾ। ਇੱਕ ਪ੍ਰੋਫੈਸਰ ਸਾਹਿਬ, ਜਿਹੜਾ ਕੇਂਦਰ ਸਰਕਾਰ ਵੱਲੋਂ ਪੁਰਾਣੀਆਂ ਜਿਹੜੀਆਂ ਜ਼ਰੂਰੀ ਵਸਤੂਆਂ ਸੀਗੀਆਂ, ਉਹਨਾਂ ਦਾ ਜਿਹੜਾ ਐਕਟ ਹੈ, ਉਹਦੇ 'ਚ ਜਿਹੜੀ ਸੋਧ ਕੀਤੀ ਜਾ ਰਹੀ ਹੈ, ਉਹਨੂੰ ਕਿਸ ਨਜ਼ਰੀਏ ਨਾਲ ਦੇਖ ਰਹੇ ਜੀ? ਉਹਦੇ ਬਾਰੇ ਦੱਸੋ ਜੀ। ਮੈਂ ਸੰਧਾ ਸਾਹਿਬ ਇਹ ਵੀ ਇੱਥੇ ਕਲੀਅਰ ਕਰ ਦਿਆਂ, ਕੇਂਦਰ ਸਰਕਾਰ ਵੱਲੋਂ ਇੱਕ ਨਾ ਪ੍ਰਚਾਰ ਕੀਤਾ ਜਾ ਰਿਹਾ ਕਿ ਅਸੀਂ ਕਿਸਾਨਾਂ ਨੂੰ ਖੁੱਲ੍ਹ ਦੇ ਦਿੱਤੀ ਕਿ ਉਹ ਆਪਣੀ ਜਿੱਥੇ ਮਰਜ਼ੀ ਫਸਲ ਵੇਚ ਲੈਣ, ਦੇਸ਼ ਦੇ ਕਿਸੇ ਕੋਨੇ 'ਚ ਵੀ ਜਿੰਨਾ ਮਰਜ਼ੀ ਉਹ ਭੰਡਾਰ ਕਰ ਲੈਣ। ਜ਼ਰੂਰੀ ਵਸਤੂਆਂ ਦਾ ਜਿਹੜਾ ਐਕਟ ਉਹਦੇ ਵਿੱਚ ਅਸੀਂ ਸੋਧ ਕਰ ਦਿੱਤੀ ਹੈ। ਉਹ ਜ਼ਰੂਰੀ ਵਸਤੂਆਂ ਦਾ ਐਕਟ ਦੇ ਵਿੱਚ ਹੁੰਦਾ ਕੀ ਸੀ ਕਿ ਜਿਹਦੇ ਵਿੱਚ ਅਨਾਜ, ਤਿਲ, ਦਾਲ, ਪਿਆਜ਼, ਆਲੂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਜ਼ਰੂਰੀ ਵਸਤੂਆਂ ਦੇ ਅੰਡਰ ਇਹਨਾਂ ਨੂੰ ਰੱਖਿਆ ਗਿਆ ਸੀ। ਦੂਸਰਾ, ਉਹਦੇ ਵਿੱਚ ਇੱਕ ਸਟਾਕ ਲਿਮਟ ਦੀ ਜਿਹੜੀ ਆ ਉਹ ਕਾਨੂੰਨ ਸੀ ਕਿ ਤੁਸੀਂ ਐਸ ਸਟਾਕ ਤੱਕ, ਐਸ ਲਿਮਟ ਤੱਕ ਕਿਸੇ ਚੀਜ਼ ਨੂੰ ਸਟੋਰ ਕਰ ਸਕਦੇ ਜੀ। ਹੁਣ ਇਸ ਸੋਧ ਦੇ ਵਿੱਚ ਕਿਹਾ ਕੀ ਜਾ ਰਿਹਾ ਕਿ ਕਿਸਾਨ ਜਿੰਨੀ ਮਰਜ਼ੀ ਸਟੋਰ ਕਰ ਸਕਦਾ, ਜਦੋਂ ਮਰਜ਼ੀ ਉਹ ਵੇਚ ਸਕਦਾ, ਜਿੱਥੋਂ ਮਰਜ਼ੀ ਉਹ ਵਿਕਰੀ ਕਰ ਸਕਦਾ। ਮੈਂ ਸੰਧਾ ਸਾਹਿਬ ਜੇ ਇੱਕ ਚੀਜ਼ ਤੁਹਾਨੂੰ ਕਲੀਅਰ ਕਰਦੇ ਹਾਂ ਕਿ ਮੈਨੂੰ ਤੁਸੀਂ ਦੱਸ ਦਿਓ, ਆਪਾਂ ਸਾਰੇ ਕਿਸਾਨਾਂ ਦੇ ਨਾਲ, ਕਿਸਾਨ ਪਰਿਵਾਰਾਂ ਦੇ ਨਾਲ ਸੰਬੰਧਿਤ ਹਾਂ, ਕਿ ਅਸੀਂ ਕਿਹੜਾ ਕਿਸਾਨ ਆ ਜਿਹੜਾ ਖੇਤੀ ਵੱਧ ਸਟੋਰ ਕਰ ਸਕਦਾ ਜਾਂ ਆਪਣੀ ਫਸਲ ਸਟੋਰ ਕਰ ਸਕਦਾ? ਕਿਸੇ ਕੋਲ ਕਪੈਸਿਟੀ ਨਹੀਂ ਹੈਗੀ। ਦੂਸਰੀ ਚੀਜ਼ ਜਿਹੜੀ ਇੱਕ ਭਰਮ ਫੈਲਾਇਆ ਜਾ ਰਿਹਾ ਕਿ ਦੇਸ਼ ਦੇ ਕਿਸੇ ਕੋਨੇ ਦੇ ਵਿੱਚ ਵੀ ਜਾ ਕੇ ਉਹ ਆਪਣੀ ਫਸਲ ਵੇਚ ਸਕਦਾ। ਕਿਹੜਾ ਕਿਸਾਨ ਆ ਜਿਹੜਾ 100 ਕਿਲੋਮੀਟਰ ਦੇ ਵਿੱਚ ਫਸਲ ਜਿਹੜਾ ਵਾ ਉਹ ਵੇਚ ਸਕਦਾ? ਕਿਉਂਕਿ ਕਿਸਾਨਾਂ ਕੋਲ ਇੰਨੀ ਮਸ਼ੀਨਰੀ ਨਹੀਂ ਹੈਗੀ।
ਹੁਣ 500-600 ਕਿਲੋਮੀਟਰ 1000 ਕਿਲੋਮੀਟਰ ਜਾ ਕੇ ਕਿਸਾਨ ਫਸਲ ਨਹੀਂ ਵੇਚ ਸਕਦਾ। ਇਹ ਵੀ ਇੱਕ ਕਿਸਾਨਾਂ ਦੇ ਨਾਲ ਅਲਟੀਮੇਟਲੀ ਇੱਕ ਧੋਖਾ ਕੀਤਾ ਜਾ ਰਿਹਾ। ਇਹ ਜਿਹੜੀਆਂ ਨਿੱਜੀ ਕੰਪਨੀਆਂ ਵਾ ਉਹਨਾਂ ਨੂੰ ਇੱਕ ਖੁੱਲ੍ਹ ਦੇ ਦਿੱਤੀ ਆ, ਸਟਾਕ ਲਿਮਟ ਦੀ ਖੁੱਲ੍ਹ ਦੇ ਕੇ ਕਿ ਤੁਸੀਂ ਜਿੰਨਾ ਮਰਜ਼ੀ ਖਰੀਦ ਕੇ ਤੇ ਸਟਾਕ ਕਰ ਲਓ, ਸਟੋਰ ਕਰ ਲਓ। ਉਹਦੇ ਨਾਲ ਹੋਣਾ ਕੀ ਆ, ਡਿਮਾਂਡ ਤੇ ਸਪਲਾਈ, ਡਿਮਾਂਡ ਵਧੇਗੀ, ਉਹਨਾਂ ਨੂੰ ਇੱਕ ਮੁਨਾਫਾਖੋਰੀ ਦਾ, ਉਹਨਾਂ ਨੂੰ ਇੱਕ ਜਮਾਖੋਰੀ, ਜਿਹਨੂੰ ਅੱਗੇ ਕਹਿ ਸਕਦੇ ਹਾਂ ਕਿ ਇਹ ਕਾਨੂੰਨ ਦੇ ਮੁਤਾਬਕ ਜੁਰਮ ਸੀ, ਉਹ ਹੁਣ ਇੱਕ ਖੁੱਲ੍ਹ ਦੇ ਦਿੱਤੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਸਟੋਰ ਕਰ ਲਓ। ਕਿਉਂਕਿ ਕੋਈ ਵੀ ਕਿਸਾਨ, ਛੋਟਾ ਕਿਸਾਨ ਆਪਣੀ ਫਸਲ ਸਟੋਰ ਨਹੀਂ ਕਰ ਸਕਦਾ। ਉਹ ਵਿਚਾਰਾ ਹੈਂਡ ਟੂ ਮਾਊਥ, ਉਹਦੀ ਉਨੀ ਇਨਕਮ ਆ, ਉਹਨੇ ਉਹੀ ਫਸਲ ਸੇਲ ਕਰਨੀ ਆ, ਉਹਦੇ ਵਿੱਚੋਂ ਹੀ ਉਹਨੇ ਆਪਣੇ ਪਰਿਵਾਰ ਨੂੰ ਚਲਾਉਣਾ। ਕਈ ਕਿਸਾਨਾਂ ਨੇ ਤੇ ਪਹਿਲਾਂ ਸਾਰੇ ਉਹ ਵਿਚਾਰਿਆਂ ਨੇ ਖਰਚੇ ਆੜਤੀਆਂ ਵਗੈਰਾ ਕੋ ਚੁੱਕੇ ਹੁੰਦੇ ਆ। ਇਸ ਕਰਕੇ ਇਹ ਵੀ ਜਿਹੜਾ ਨਾ ਜ਼ਰੂਰੀ ਵਸਤੂਆਂ ਦਾ ਇਹ ਜੀ ਸੋਧ ਕਰ ਦਿੱਤੀ ਤੇ ਅਸੀਂ ਕਿਸਾਨਾਂ ਨੂੰ ਜਿੱਥੇ ਮਰਜ਼ੀ ਉਹ ਮੰਡੀਕਰਨ ਕਰ ਸਕਦੇ ਆ ਜਾ ਕੇ। ਇਹ ਵੀ ਇੱਕ ਭਰਮ ਆ। ਇਹ ਵੀ ਕਿਸਾਨਾਂ ਨੂੰ ਪਤਾ ਕਿ ਨਾ ਤੇ ਉਹ ਵਿਚਾਰੇ ਸਟੋਰ ਕਰ ਸਕਦੇ ਆ, ਨਾ ਉਹ ਕਿਤੇ ਦੂਰ ਜਾ ਕੇ ਵੇਚ ਸਕਦੇ। ਇਹ ਵੀ ਨਿੱਜੀ ਕੰਪਨੀਆਂ ਨੂੰ ਮੁਨਾਫਾ ਪਹੁੰਚਾਉਣ ਦਾ ਇੱਕ ਤਰੀਕਾ ਵਾ ਕਿ ਉਹ ਜਿੰਨਾ ਮਰਜ਼ੀ ਸਟੋਰ ਕਰਨ ਤੇ ਜਦੋਂ ਸਸਤੇ ਭਾਅ 'ਤੇ ਖਰੀਦ ਲੈਣਗੇ ਤੇ ਮਹਿੰਗੇ ਭਾਅ 'ਤੇ ਉਹ ਸਟੋਰ ਕਰਕੇ ਵੇਚਣਗੇ। ਇਹ ਇੱਕ ਮੁਨਾਫਾਖੋਰੀ ਜਿਹੜਾ ਵਾ ਉਹ ਜਮਾਖੋਰੀ ਦਾ ਹੀ ਇੱਕ ਧੰਦਾ ਬਣ ਕੇ ਰਹਿ ਜਾਣਾ ਵਾ। ਇਹਦੇ ਵਿੱਚ ਵੀ ਕਿਸਾਨਾਂ ਦੇ ਨਾਲ ਮੇਰੇ ਹਿਸਾਬ ਨਾਲ ਤੇ ਧੋਖਾ ਵਾ। ਪ੍ਰੋਫੈਸਰ ਸਾਹਿਬ, ਖੇਤੀਬਾੜੀ ਦਾ ਜਿਹੜਾ ਇਹ ਨਵਾਂ ਐਕਟ 2020 ਆ ਰਿਹਾ ਆ, ਇਹਦੇ ਬਾਰੇ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਆ ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਬੜੀ ਖੁਸ਼ੀ ਦੀ ਗੱਲ ਆ ਕਿ ਕਿਉਂਕਿ ਮੈਂ 3 ਤਰੀਕ ਨੂੰ ਇਹ ਆਰਡੀਨੈਂਸ ਜਿਹੜਾ ਵਾ ਉਹ ਪਾਸ ਹੁੰਦਾ ਤੇ 3 ਤਰੀਕ ਤੋਂ ਬਾਅਦ ਦੀਆਂ ਮੈਂ ਜਿੰਨੀਆਂ ਸਟੇਟਮੈਂਟ ਦੇਖੀਆਂ, ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸਾਹਿਬ ਨੇ ਵੀ ਕਿਹਾ ਕਿ ਆਰਡੀਨੈਂਸ ਅਸੀਂ ਕਿਸੇ ਹਾਲਤ 'ਚ ਲਾਗੂ ਨਹੀਂ ਹੋਣ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਮੈਂ ਸਟੇਟਮੈਂਟ ਦੇਖੀ ਦੀ ਟ੍ਰਿਬਿਊਨ ਦੇ ਵਿੱਚ, ਉਹਨਾਂ ਨੇ ਕਿਹਾ ਕਿ ਨੋ ਕੰਪਰੋਮਾਈਜ਼, ਵੀ MSP 'ਤੇ ਸਾਡਾ ਕੋਈ ਕੰਪਰੋਮਾਈਜ਼ ਨਹੀਂ। ਤੇ ਕੱਲ੍ਹ ਮੈਂ ਦੇਖਦਾ ਪਿਆ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਸਟੇਟਮੈਂਟ ਆਈਆਂ ਕਿ ਇਹ ਜਿਹੜਾ ਵਾ ਇਹ ਬਿੱਲ ਜਿਹੜਾ ਲਾਗੂ ਨਹੀਂ ਹੋਣਾ ਚਾਹੀਦਾ। ਤੇ ਕਿਸਾਨ ਜਥੇਬੰਦੀਆਂ ਤੇ ਤਕਰੀਬਨ ਲਗਭਗ ਸਾਰੀਆਂ ਹੀ ਇਹਦੇ ਅੰਗੇਸਟ ਨੇ, ਇਹਦਾ ਵਿਰੋਧ ਕਰ ਰਹੀਆਂ ਨੇ। ਮੈਂ ਤੇ ਇਹ ਕਹੂੰਗਾ ਕਿ ਅੱਜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਤੇ ਵੇਖੋ ਇਹ ਸੰਘੀ ਢਾਂਚੇ ਦੇ ਵਿੱਚ ਦਖਲਅੰਦਾਜ਼ੀ ਆ, ਇਹ ਰਾਜਾਂ ਤੋਂ ਅਧਿਕਾਰ ਖੋਏ ਜਾਣ ਡਿਆ ਕਿ ਇਹ ਮੰਡੀਕਰਨ ਜਾਂ ਫਸਲਾਂ ਦਾ ਜਿਹੜਾ ਵਾ ਸੰਵਿਧਾਨਿਕ ਤੌਰ 'ਤੇ ਹੱਕ ਕਿਹਨੂੰ ਸੀ? ਰਾਜਾਂ ਨੂੰ, ਨਾ ਕਿ ਕੇਂਦਰ ਨੂੰ। ਅੱਜ ਕੇਂਦਰ ਇੱਕ ਬਿੱਲ ਪਾਸ ਕਰਕੇ, ਮੈਂ ਸੰਧਾ ਸਾਹਿਬ ਟਿਊਕ ਮਾਤਰ, ਕਿਉਂਕਿ ਇਸ ਚੀਜ਼ ਦੇ ਵਿੱਚ ਇਹਦੇ ਨਾਲ ਰਿਲੇਟਡ 2 ਬਿੱਲ ਹੋਰ ਮੈਂ ਗੱਲ ਕਰਦਿਆਂ। ਕਰੋਨਾ ਮਹਾਮਾਰੀ ਦੀ ਆੜ ਦੇ ਵਿੱਚ 3 ਬਿੱਲ ਪਾਸ ਹੋਏ ਆ। ਇੱਕ ਤੇ ਇਹ ਆਰਡੀਨੈਂਸ ਪਾਸ ਹੋਇਆ ਖੇਤੀਬਾੜੀ ਨਾਲ ਸੰਬੰਧਿਤ, ਇੱਕ ਆਰਡੀਨੈਂਸ ਪਾਸ, ਇੱਕ ਐਕਟ ਜਿਹਦੀ ਸੋਧ ਕੀਤੀ ਗਈ ਆ 1948 ਫੈਕਟਰੀ ਐਕਟ, ਜਿਹਨੂੰ ਲੇਬਰ ਐਕਟ ਵੀ ਕਿਹਾ ਜਾਂਦਾ, ਉਹ ਵੀ ਇਹਨਾਂ ਨੇ ਛੇੜ ਦਿੱਤਾ ਕਰੋਨਾ ਮਹਾਮਾਰੀ ਦੀ ਆੜ ਦੇ ਵਿੱਚ। ਤੀਸਰਾ, ਇਹਨਾਂ ਨੇ ਇੱਕ ਬਿਜਲੀ ਕੰਪਨੀਆਂ ਦੇ ਨਾਲ ਨਿੱਜੀ ਕੰਪਨੀਆਂ ਨੂੰ ਦੇਣ ਦਾ ਖਾਤਰ ਉਹ ਵੀ ਐਕਟ ਜਿਹੜਾ ਵਾ ਉਹ ਵੀ ਛੇੜ ਦਿੱਤਾ। ਯਾਨੀ ਕਿ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਵੇਖੀਏ ਤੇ ਅੱਜ ਸਾਰੀਆਂ ਧਿਰਾਂ ਨੂੰ ਇੱਕ ਮੁੱਠ ਹੋ ਕੇ, ਸਾਰੀਆਂ ਪਾਰਟੀਆਂ ਨੂੰ ਆਪਣੇ ਨਿੱਜੀ ਸਵਾਰਥ ਛੱਡ ਕੇ ਪੰਜਾਬ ਦੀ ਕਿਸਾਨੀ ਬਚਾਉਣ ਦੇ ਲਈ, ਪੰਜਾਬ ਦੇ ਮੁੱਢਲੇ ਹੱਕ ਬਚਾਉਣ ਦੇ ਲਈ, ਸੰਘੀ ਢਾਂਚੇ ਨੂੰ ਬਚਾਉਣ ਦੇ ਲਈ ਇੱਕ ਮੁੱਠ ਹੋ ਕੇ ਲੜਨ ਦੀ ਲੋੜ ਆ। ਸੋ ਮੇਰੀਆਂ ਤੇ ਸਾਰੀਆਂ ਧਿਰਾਂ ਨੂੰ ਅਪੀਲ ਆ ਕਿ ਤੁਸੀਂ ਇੱਕ ਮੁੱਠ ਹੋ ਕੇ ਇਸ ਚੀਜ਼ ਨੂੰ ਲੜੋ। ਤੇ ਸਾਡੀ ਜਿੱਥੋਂ ਤੱਕ ਮੇਰੀ ਕੋਸ਼ਿਸ਼ ਆ, ਮੈਂ ਹਰ ਤਰ੍ਹਾਂ, ਤੁਹਾਨੂੰ ਪਤਾ ਪਹਿਲਾਂ ਵੀ ਮੁੱਦੇ ਉਠਾਉਂਦੇ ਰਹੀਦਾ, ਅਸੀਂ ਹਰ ਤਰ੍ਹਾਂ ਕਿਸਾਨਾਂ ਦੇ ਨਾਲ ਆ। ਜਿੱਥੇ ਕਿਸਾਨਾਂ ਦੀ ਲੁੱਟ ਦੀ ਗੱਲ ਹੋਊਗੀ ਅਸੀਂ ਉਸ ਕਾਨੂੰਨ ਦਾ ਵਿਰੋਧ ਕਰਦੇ ਹਾਂ ਤੇ ਕਰਦੇ ਰਵਾਂਗੇ ਜੀ। ਇੱਕ ਪ੍ਰੋਫੈਸਰ ਸਾਹਿਬ, ਜਿਵੇਂ ਆਪਾਂ ਗੱਲ ਕੀਤੀ ਕਿ ਪੰਜਾਬ ਦੀਆਂ ਪਾਰਟੀਆਂ ਦਾ ਕੀ ਇਹਦੇ 'ਚ ਰੋਲ ਰਹੂਗਾ, ਤੁਸੀਂ ਦੱਸਿਆ ਕਿ ਸਟੇਟਮੈਂਟ ਵੀ ਆਈਆਂ, ਪਰ ਕੀ ਜ਼ਮੀਨੀ ਹਕੀਕਤ 'ਤੇ ਇਹ ਪਾਰਟੀਆਂ ਸਾਰੀਆਂ ਜਿਹੜੀਆਂ ਆਪਣੇ ਸਟੈਂਡ 'ਤੇ ਖੜੀਆਂ ਰਹਿਣਗੀਆਂ? ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਤੇ ਇਹਦੇ ਬਾਰੇ ਮੈਂ ਜ਼ਿਆਦਾ ਕਲੀਅਰ ਨਹੀਂ ਕਹਿ ਸਕਦਾ, ਪਰ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਦੇ ਲੋਕ ਅੱਜ ਪਾਰਟੀਆਂ ਨੂੰ, ਜਿਹੜੀ ਪਾਰਟੀ ਇਹ 'ਤੇ ਨਹੀਂ ਸਟੈਂਡ ਲੈਂਦੀ, ਤੇ ਪੰਜਾਬ ਦੇ ਲੋਕ ਵੇਖ ਰਹੇ ਆ, ਸਮਝਦਾਰ ਆ, ਉਹ ਪਾਰਟੀ ਦਾ ਬਾਈਕਾਟ ਕਰਨ, ਜਿਨ੍ਹਾਂ ਦੀ ਸਟੇਟਮੈਂਟ ਇੱਥੇ ਬਦਲ ਜੂਗੀ। ਮੈਂ ਤਾਂ ਇਹ ਗੱਲ ਕਹੂੰਗਾ ਕਿ ਅੱਜ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਜਿਹੜੀ ਪਾਰਟੀ ਉਠਾਊਗੀ, ਪੰਜਾਬ ਦੇ ਕਿਸਾਨ ਸਮਝਦਾਰ ਆ, ਉਹ ਆਉਣ ਵਾਲੇ ਸਮੇਂ 'ਚ ਇੱਥੇ ਪੰਜਾਬ ਦੇ ਕਿਸਾਨਾਂ ਦੀ ਹੀ ਨਹੀਂ ਗੱਲ, ਮੈਂ ਕਿਹਾ ਸੀ ਕਿ ਲਗਭਗ 30,000 ਆੜ੍ਹਤੀਆ ਪਰਿਵਾਰ, ਲਗਭਗ 30 ਲੱਖ
ਮਜ਼ਦੂਰ ਪਰਿਵਾਰ ਵੀ ਇਸ ਚੀਜ਼ ਦੇ ਨਾਲ ਜੁੜਿਆ ਹੋਇਆ ਵਾ। ਜੇ ਜਿਹੜੀ ਪਾਰਟੀ ਇਹਨਾਂ ਦਾ ਆਵਾਜ਼ ਉਠਾਉਂਦੀ ਆ, ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਆ ਕਿ ਸਾਰੀਆਂ ਪਾਰਟੀਆਂ ਇਕਮੁੱਠ ਹੋ ਕੇ ਅਸੀਂ ਪੰਜਾਬ ਦੇ ਹੱਕਾਂ ਦੀ ਰਾਖੀ ਕਰੀਏ, ਸੰਘੀ ਢਾਂਚੇ ਦੀ ਰਾਖੀ ਕਰੀਏ। ਕੇਂਦਰ ਕਿਉਂ ਦਖਲ ਅੰਦਾਜ਼ੀ ਜ਼ਿਆਦਾ ਕਰੇ? ਕਿਉਂਕਿ ਸੰਵਿਧਾਨਿਕ ਤੌਰ ਤੇ ਰਾਜਾਂ ਨੂੰ ਅਧਿਕਾਰ ਹੈ, ਉਹ ਅਧਿਕਾਰਾਂ ਦੇ ਲਈ ਆਪਾਂ ਸਾਰੇ ਇਕਮੁੱਠ ਹੋ ਕੇ ਲੜੀਏ ਜੀ।